ਅੱਜ ਜੋ ਕੁਛ ਜਿਸ ਤਰ੍ਹਾਂ ਐਜੀਪੀਸੀ ਦਾ ਲੁੱਟਿਆ ਜਾ ਰਿਹਾ, ਜਿਸ ਤਰ੍ਹਾਂ ਇਸ ਐਜੀਪੀਸੀ ਨੂੰ ਇਸ ਤਰ੍ਹਾਂ ਜਿਵੇਂ ਉਹਨਾਂ ਦੀ ਜਾਤੀ ਜਾਇਦਾਦ ਹੁੰਦੀ ਹੈ, ਇਸ ਤਰ੍ਹਾਂ ਵਰਤਿਆ ਜਾ ਰਿਹਾ। ਪਰ ਹਰ ਵਾਰੀ ਪ੍ਰਚਾਰਿਆ ਇਹੀ ਜਾਂਦਾ ਜੀ ਵੱਡੇ ਬਾਦਲ ਸਾਹਿਬ ਉਹਨਾਂ ਨੇ ਜਿਹੜੀ ਕੁਰਬਾਨੀ ਕੀਤੀ, ਵੱਡੇ ਬਾਦਲ ਸਾਹਿਬ ਉਹਨਾਂ ਨੇ ਪਾਰਟੀ ਜਿਹੜੀ ਖੜੀ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹਦਾ ਕੋਈ ਕਿਸੇ ਨੂੰ ਸਜ਼ਾ ਹੀ ਨਾ ਮਿਲੇ। ਅਜੇ ਤੱਕ ਇਹੀ ਨਾ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਜੋ ਸਰੂਪ ਦੇ ਸੀਗੇ ਉਹ ਕਿੱਥੇ ਗਏ, ਕੌਣ ਲੈ ਕੇ ਗਿਆ, ਕਿਹਨੇ ਇਸ਼ਤਿਹਾਰ ਲਾਏ। ਉਦੋਂ ਬਾਦਲ ਸਾਹਿਬ ਨੂੰ ਅਸੀਂ ਬਹੁਤ ਕਿਹਾ ਕਿ ਬਾਦਲ ਸਾਹਿਬ ਕੀ ਹੋ ਰਿਹਾ। ਉਹ ਇੱਕੋ ਹੀ ਜਵਾਬ ਸੀ ਉਹਨਾਂ ਕੋਲ, ਬਾਜੀ ਸਿੱਟ ਬਣੀ ਹੈ, ਉਹਨਾਂ ਨੇ ਆਉਂਦਾ ਆਪਾਂ ਸਜ਼ਾ ਵੀ ਦੇਵਾਂਗੇ, ਅਰੈਸਟ ਵੀ ਕਰਾਂਗੇ, ਸਜ਼ਾਵਾਂ ਵੀ ਦੇਵਾਂਗੇ, ਸਿੱਟ ਨੂੰ ਆਪਦਾ ਕੰਮ ਕਰ ਲੈਣਗੇ। ਸਾਰੀ 6-7 ਸਾਲ ਸਿੱਟ ਨੇ ਕੋਈ ਕੰਮ ਨਹੀਂ ਕੀਤਾ। ਕੀ ਲੱਗਦਾ ਜਿਹੜੇ ਕਿ ਹੁਣ ਤੱਕ ਪੰਜਾਬ ਦੇ ਵਿੱਚ ਸਿੱਟਾਂ ਬਣਦੀਆਂ ਆ ਰਹੀਆਂ, ਪਹਿਲਾਂ ਅਕਾਲੀ ਦਲ ਸਰਕਾਰ ਸੀਗੀ, ਹੁਣ ਕਾਂਗਰਸ ਸਰਕਾਰ ਹੈ, ਇਸ ਦੇ ਵਿੱਚ ਅੰਤਰ ਕੀ ਲੱਗਦਾ, ਲੋਕ ਕਿਸ ਤਰ੍ਹਾਂ ਦੇਖ ਰਹੇ ਨੇ? ਕੋਈ ਅੰਤਰ ਨਹੀਂ, ਦੋਨੋਂ ਮਿਲੇ ਹੋਏ ਨੇ, ਇਕੱਠੇ ਨੇ। ਉਹ ਤਾਂ ਸਾਬਤ ਹੋ ਗਿਆ। ਇੱਥੇ ਵਾਲੀ ਸਰਕਾਰ ਵੀ ਇੱਕ ਇਹ ਹੈ ਕਿ ਮੂੰਹ ਜ਼ਬਾਨੀ ਗੱਲਾਂ ਕਰੀ ਜਾਂਦੇ। ਉਹਨਾਂ ਨੇ ਕੀ, ਮੈਨੂੰ ਦੱਸੋ ਕਿਸਾਨਾਂ ਦਾ ਕੀ ਕੀਤਾ? ਚੈਨਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਸੀਂ ਅੱਜ ਰੂਪਨਗਰ ਦੇ ਵਿੱਚ ਹਾਂ ਤੇ ਗੱਲ ਕਰਾਂਗੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੋ ਕਿ ਰਾਜ ਸਭਾ ਮੈਂਬਰ ਰਹੇ ਨੇ ਤੇ ਇਸ ਸਮੇਂ ਉਹਨਾਂ ਨੇ ਜਿਹੜੀ ਕਿ ਆਪਣੀ ਇੱਕ ਅਲੱਗ ਪਾਰਟੀ ਦਾ ਜਿਹੜਾ ਗਠਨ ਕਰ ਦਿੱਤਾ ਹੈ ਸਰਦਾਰ ਬ੍ਰਹਮਪੁਰਾ ਸਾਹਿਬ ਨਾਲ ਮਿਲ ਕੇ, ਜਿਸ ਦੇ ਵਿੱਚ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਨਾਮ ਰੱਖਿਆ ਗਿਆ। ਤੇ ਗੱਲਬਾਤ ਕਰਾਂਗੇ ਅੱਜ ਇੱਕ ਵਰਕਰ ਉਹਨਾਂ ਦੇ ਨਾਲ ਜਿਹੜੇ ਕਿ ਪੁਰਾਣੇ ਵਰਕਰ ਨੇ ਅਕਾਲੀ ਦਲ ਦੇ, ਉਹ ਸ਼ਾਮਲ ਹੋਏ ਨੇ। ਢੀਂਡਸਾ ਸਾਹਿਬ, ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਹੈ ਤੇ ਕਿਸ ਤਰ੍ਹਾਂ ਦੀ ਜਿਹੜੀ ਪਲੈਨਿੰਗ ਲੈ ਕੇ ਚੱਲ ਰਹੇ ਹੋ? ਦੇਖੋ, ਮੈਂ ਸਮਝਦਾ ਕਿ ਸਾਡਾ ਵੱਖਰੇ ਹੋਣ ਦਾ ਸਿਧਾਂਤ ਹੈ ਇੱਕ, ਕਿ ਹੁਣ ਕੋਈ ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਨਹੀਂ ਰਿਹਾ। ਕੋਈ ਦੱਸੋ ਵੀ ਪੁਰਾਣਾ ਅਕਾਲੀ ਜਿਹਨੇ ਕੋਈ ਕੁਰਬਾਨੀਆਂ ਕੀਤੀਆਂ ਨੇ, ਕੋਈ ਹੈ ਹੁਣ ਸ਼੍ਰੋਮਣੀ ਅਕਾਲੀ ਦਲ? ਅੱਜ ਅਸੀਂ ਉਹਨਾਂ ਲੋਕਾਂ ਨੂੰ ਘਰਾਂ 'ਚ ਬੈਠ ਕੇ, ਜਿਵੇਂ ਸਰਦਾਰ ਅਮਰਜੀਤ ਸਿੰਘ ਦਿਆਲਨ ਦਾ ਸਾਰਾ ਪਰਿਵਾਰ ਇੱਕ ਕਿਸਮ ਦਾ ਘਰ ਹੀ ਬੈਠਾ ਸੀ ਨਾ, ਪੰਥ ਤੋਂ ਦੂਰ ਹੋ ਕੇ। ਉਹਨਾਂ ਦੇ ਆਉਣ ਨਾਲ ਸਾਡਾ ਬਹੁਤ ਵੱਡਾ ਤਾਕਤ ਮਿਲੀ ਹੈ। ਉਹਨਾਂ ਨੂੰ ਜੀ ਆਇਆਂ ਕਿਹਾ, ਉਹਨਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ। ਔਰ ਅੱਜ ਤੋਂ ਨਹੀਂ, ਉਹਨਾਂ ਦੀਆਂ ਪੁਸਤਾਂ ਤੋਂ, ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਬਣਿਆ ਉਦੋਂ ਤੋਂ ਲਾ ਕੇ ਹੁਣ ਤੱਕ ਉਹਨਾਂ ਦਾ ਰੋਲ ਹੈ ਪਰਿਵਾਰ ਦਾ। ਅਤੇ ਇਸ ਕਰਕੇ ਇਹ ਜਿਹੇ ਸੱਜਣਾਂ ਦਾ ਆਉਣਾ ਔਰ ਇਸ ਪਰਿਵਾਰ ਦਾ ਆਉਣਾ ਬਹੁਤ ਵੱਡੀ ਗੱਲ ਹੈ ਸਾਡੇ ਲਈ। ਢੀਂਡਸਾ ਸਾਹਿਬ, ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ, ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦੇ ਸਿਧਾਂਤ ਸਨ, ਕਿਸ ਤਰ੍ਹਾਂ ਦੀ ਜਿਹੜੀ ਕਿ ਇਹਨਾਂ ਦੀ ਨੀਂਹ ਸੀਗੀ, ਕਿਸ ਤਰ੍ਹਾਂ ਦੇ ਜਿਹੜੇ ਕਿ ਲੋਕਾਂ ਦੇ ਵਿੱਚ ਵਿਚਰਨ ਦਾ, ਲੋਕਾਂ ਦੀ ਸੇਵਾ ਕਰਨ ਦਾ, ਕਿਸ ਤਰ੍ਹਾਂ ਦੀ ਜਿਹੜੀ ਕਿ ਰਣਨੀਤੀ ਸੀਗੀ? ਦੇਖੋ, ਮੈਨੂੰ ਇਹ ਦੱਸ ਦਿਓ ਵੀ ਕਿਸੇ 'ਤੇ ਕੋਈ ਇਲਜ਼ਾਮ ਐਸਾ ਲੱਗਿਆ ਕਿ ਉਹਨਾਂ ਨੇ ਪੈਸੇ ਬਣਾਏ। ਮਾਸਟਰ ਤਾਰਾ ਸਿੰਘ ਜੀ ਦਾ ਮਸ਼ਹੂਰ ਸੀ ਕਿ ਉਹ ਪੈਨ 'ਚ ਸਿਆਹੀ ਵੀ ਨਹੀਂ ਐਸਜੀਪੀਸੀ ਦੀ ਬਣਾਉਂਦੇ ਸੀ। ਐਸਜੀਪੀਸੀ ਦੇ ਪ੍ਰਧਾਨ ਰਹੇ ਉਹ, ਲੇਕਿਨ ਸਿਆਹੀ ਵੀ ਆਪਦੇ ਪੈਨ 'ਚ ਵੀ ਘਰੋਂ ਪਾ ਕੇ ਉਹ ਰਿਕਸ਼ੇ 'ਚ ਆਉਂਦੇ ਸੀ। ਲੇਕਿਨ ਅੱਜ ਜੋ ਕੁਛ ਜਿਸ ਤਰ੍ਹਾਂ ਐਸਜੀਪੀਸੀ ਦਾ ਲੁੱਟਿਆ ਜਾ ਰਿਹਾ, ਜਿਸ ਤਰ੍ਹਾਂ ਇਸ ਐਸਜੀਪੀਸੀ ਨੂੰ ਇਸ ਤਰ੍ਹਾਂ ਜਿਵੇਂ ਉਹਨਾਂ ਦੀ ਜਾਤੀ ਜਾਇਦਾਦ ਹੁੰਦੀ ਹੈ, ਇਸ ਤਰ੍ਹਾਂ ਵਰਤਿਆ ਜਾ ਰਿਹਾ। ਇਸ ਕਰਕੇ ਹੁਣ ਤਾਂ ਉਹਨਾਂ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਔਰ ਅਜੇ ਵੀ ਉਹ ਲੋਕ ਨੇ ਜਿਨ੍ਹਾਂ ਦਾ ਪਰਿਵਾਰ ਉਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਚੱਲਦਾ, ਜਿਨ੍ਹਾਂ 'ਚ ਅਜੇ ਵੀ ਇੱਕ ਦਰਦ ਹੈ ਕਿ ਪੰਜਾਬ ਨੂੰ ਬਚਾਉਣਾ, ਪੰਥ ਨੂੰ ਬਚਾਉਣਾ, ਔਰ ਜਵਾਨੀ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ, ਬਿਜ਼ਨਸ ਨੂੰ ਬਚਾਉਣਾ। ਸਾਰਿਆਂ ਨੂੰ, ਉਹਨਾਂ ਨੂੰ ਲੋਕਾਂ ਨੂੰ ਅਸੀਂ ਇਕੱਠੇ ਕਰ ਰਹੇ ਹਾਂ, ਜਿਹੜੇ ਵਿਚਾਰੇ ਘਰਾਂ 'ਚ ਬੈਠ ਕੇ ਕਈ ਸਾਲਾਂ ਤੋਂ, ਤਾਂ ਕਿ ਉਹ ਜਿਨ੍ਹਾਂ ਨੇ, ਬਜ਼ੁਰਗਾਂ ਨੇ ਐਡੀਆਂ ਕੁਰਬਾਨੀਆਂ ਤੋਂ ਬਾਅਦ ਬਣਾਇਆ ਸੀ, ਉਹਨੂੰ ਦੁਬਾਰਾ ਉਸੇ ਤਰ੍ਹਾਂ ਕੋਸ਼ਿਸ਼ ਕਰੀਏ ਕਿ ਅਸੀਂ ਦੁਬਾਰਾ ਉਸ ਤਰ੍ਹਾਂ ਲਿਆ ਸਕੀਏ। ਸ਼ਾਇਦ ਉਸ ਤਰ੍ਹਾਂ, ਤਾਂ ਕਿਉਂਕਿ ਉਦੋਂ ਕੁਰਬਾਨੀਆਂ ਬੜੀਆਂ ਸੀ, ਲੇਕਿਨ ਕੁਰਬਾਨੀ ਤਾਂ ਅਸੀਂ ਬੜੀਆਂ ਕੀਤੀਆਂ। ਅਸੀਂ ਵੀ ਜੇਲ੍ਹਾਂ 'ਚ ਰਹੇ, ਸਾਨੂੰ ਵੀ ਕਦੇ ਕਿਸੇ ਨੂੰ ਜੱਬਲਪੁਰ ਸਿੱਟਾ, ਕਿਸੇ ਨੂੰ ਇੰਦੌਰ ਸਿੱਟਾ, ਕਦੇ ਕਿਸੇ, ਸਾਡੀਆਂ ਬੜੀ ਕੁਰਬਾਨੀਆਂ ਰਹੀਆਂ। ਪਰ ਹਰ ਵਾਰੀ ਪ੍ਰਚਾਰਿਆ ਇਹੀ ਜਾਂਦਾ ਜੀ ਵੱਡੇ ਬਾਦਲ ਸਾਹਿਬ ਉਹਨਾਂ ਨੇ ਜਿਹੜੀ ਕੁਰਬਾਨੀ ਕੀਤੀ, ਵੱਡੇ ਬਾਦਲ ਸਾਹਿਬ ਉਹਨਾਂ ਨੇ ਪਾਰਟੀ ਜਿਹੜੀ ਖੜੀ ਕੀਤੀ। ਦੇਖੋ, ਪਾਰਟੀ ਮੈਨੂੰ ਅਜੇ, ਜਦੋਂ ਇਹ ਮੇਰੇ ਕੋਲ ਮੈਨੂੰ ਸਵਾਲ ਕੀਤਾ ਟੀਵੀ 'ਤੇ ਕਿ ਅੱਜ ਤੱਕ ਜਿਹੜੇ ਵੱਖਰੇ ਹੋਏ ਨੇ ਉਹ ਕੋਈ ਕਾਮਯਾਬ ਨਹੀਂ ਹੋਇਆ। ਮੈਂ ਕਿਹਾ ਕਿਉਂ ਨਹੀਂ ਹੋਇਆ ਵੀ? ਪ੍ਰਕਾਸ਼ ਸਿੰਘ ਬਾਦਲ ਨਾਲ ਸੀ ਅਸੀਂ, ਸੁਰਜੀਤ ਸਿੰਘ ਬਰਨਾਲਾ ਪ੍ਰਧਾਨ ਸੀ, ਚੀਫ ਮਿਨਿਸਟਰ ਸੀ ਵੀ ਉਹੀ ਸੀ, ਔਰ ਸੁਰਜੀਤ ਸਿੰਘ ਬਰਨਾਲੇ ਕੋਲ ਹੀ ਐਸਜੀਪੀਸੀ ਸੀ। ਉਹਨੇ ਇੱਕ ਗਲਤੀ ਕਰ ਲਈ, ਪੁਲਿਸ ਭੇਜ ਕੇ ਉਹਨੂੰ ਲਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਖਰਾ ਅਕਾਲੀ ਦਲ ਬਣਾਇਆ ਸੀ।
ਪਹਿਲੀ ਇਲੈਕਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿੰਨੇ ਅਸੀਂ ਬੰਦੇ ਸੀ ਤੀਰ ਕਮਾਨ ਤੇ ਇਲੈਕਸ਼ਨ ਲੜੀ ਸੀ ਅਤੇ ਉਹ ਕਿਵੇਂ ਕਾਮਯਾਬ ਹੋਏ ਜੀ? ਕਿਉਂਕਿ ਸਿਧਾਂਤਕ ਤੌਰ 'ਤੇ ਉਹਨੇ ਗਲਤ ਕੰਮ ਕੀਤਾ ਸੀ ਤੇ ਇਸ ਕਰਕੇ ਉਹਨੂੰ ਲਾਇਆ ਸੀ। ਤੇ ਜਦੋਂ ਫਿਰ ਇਹਨਾਂ ਨੂੰ ਸਾਰੀ ਜ਼ਿੰਮੇਵਾਰੀ ਸੌਂਪੀ ਗਈ ਉਦੋਂ ਤੁਸੀਂ ਨਾਲ ਸੀ? ਕੀ ਉਦੋਂ ਗੱਲਾਂ ਬਾਤਾਂ ਹੋਈਆਂ ਸਨ? ਕੀ ਜਿਹੜੀ ਕਿ ਰਣਨੀਤੀ ਬਣਾਈ ਗਈ ਸੀ? ਕਿੱਦਾਂ ਦੇ ਜਿਹੜੇ ਵਿਚਾਰਧਾਰਾ ਲੈ ਕੇ ਚੱਲੇ ਸੀ? ਦੇਖੋ, ਉਹ ਤਾਂ ਇਹੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਬਹਾਲ ਉਵੇਂ ਕਰੀਏ ਜਿਸ ਤਰ੍ਹਾਂ ਲੋਕਾਂ ਦੀ ਇੱਛਾ ਹੈਗੀ, ਉਹਦੇ ਉਸ ਹਿਸਾਬ ਹੀ ਚੱਲੇ ਸੀ। ਅਤੇ ਜਦੋਂ ਸੁਖਬੀਰ ਨੂੰ ਦੇਤਾ ਕੰਟਰੋਲ, ਉਹਨੇ ਸਾਰੇ ਹੀ ਕਾਰਪੋਰੇਟ ਸੈਕਟਰ ਬਣਾ ਲਿਆ, ਸਿਵਾਏ ਪੈਸੇ ਤੋਂ, ਪੈਸੇ ਵਾਲੇ ਬੰਦਿਆਂ ਤੋਂ ਬਿਨਾਂ ਉਹਨੇ ਕੋਈ ਕਿਸੇ ਨੂੰ ਨਹੀਂ ਲਿਆ। ਢੀਂਡਸਾ ਸਾਹਿਬ, ਕੀ ਲੱਗਦਾ ਹੈ ਜਿੱਦਾਂ ਕਿ ਅੱਜ ਦਾ ਜਿਹੜਾ ਪੰਜਾਬ ਦਾ ਮਾਹੌਲ ਹੈ, ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ, ਸਰਕਾਰਾਂ ਜਿਹੜੀਆਂ ਕਿ ਆਪਣੇ ਮੰਤਰੀਆਂ ਨਾਲ ਹੀ ਕਾਟੋ ਕਲੇਸ਼ ਕਰ ਰਹੀਆਂ ਨੇ, ਦੂਸਰੇ ਪਾਸੇ ਕਿਸਾਨ ਹੈ ਜਿਹੜੇ ਕਿ ਬਾਰਡਰਾਂ 'ਤੇ ਬੈਠੇ ਨੇ, ਕੀ ਲੱਗਦਾ ਹੈ ਕਿ ਕੋਈ ਜਿਹੜੀ ਪਾਰਟੀ ਹੈ ਪੰਜਾਬ ਦੀ, ਜਿਹੜੀ ਕਿ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਦੀ ਗੱਲ ਕਰੇ, ਪੰਜਾਬ ਦੇ ਹੱਕਾਂ ਦੀ ਗੱਲ ਕਰੇ? ਦੇਖੋ, ਇਹੀ ਤਾਂ ਅਸੀਂ ਆਵਾਜ਼ ਦੇ ਰਹੇ ਹਾਂ। ਕਿਸਾਨਾਂ ਦਾ 6 ਮਹੀਨੇ ਬਾਰਡਰ 'ਤੇ ਬੈਠੇ ਨੇ, ਨਾ ਸੈਂਟਰ ਸਰਕਾਰ ਲੈਂਦੀ ਹੈ। ਇੱਥੇ ਵਾਲੀ ਸਰਕਾਰ ਵੀ ਇੱਕ ਇਹ ਹੈ ਕਿ ਮੂੰਹ ਜ਼ਬਾਨੀ ਗੱਲਾਂ ਕਰੀ ਜਾਂਦੇ ਆ। ਉਹਨਾਂ ਨੇ ਕੀ, ਮੈਨੂੰ ਦੱਸੋ ਕਿਸਾਨਾਂ ਦਾ ਕੀ ਕੀਤਾ? ਜਿੰਨਾ ਕਿਸਾਨਾਂ ਨੂੰ, ਕਿਸਾਨ ਅੰਦੋਲਨ ਨੂੰ, ਜਿੰਨਾ ਇਸ ਨੂੰ ਸਪੋਰਟ ਮਿਲੀ ਹੈ ਨੈਸ਼ਨਲੀ ਇੰਟਰਨੈਸ਼ਨਲੀ, ਹੋਰ ਕਿਸੇ ਨੂੰ ਨਹੀਂ ਮਿਲੀ ਅੱਜ ਤੱਕ। ਲੇਕਿਨ ਨਹੀਂ, ਕਿਸੇ ਦੇ ਕੰਨ 'ਤੇ ਜੂੰ ਨਹੀਂ ਸੁਰਕ ਰਹੀ। ਬਜ਼ੁਰਗ ਕਿੰਨੇ ਮਰ ਗਏ? 500 ਤੋਂ ਵੱਧ ਤਾਂ ਵਿਚਾਰੇ ਸ਼ਹੀਦ ਹੋ ਚੁੱਕੇ ਨੇ, ਹੋਰ ਪਤਾ ਨਹੀਂ ਕਿੰਨੇ ਕੁ ਹੋਣਗੇ। ਇਸ ਕਰਕੇ ਮੈਂ ਸਮਝਦਾ ਕਿ ਅੱਜ ਲੋੜ ਹੈ ਕਿ ਸਾਰੇ ਉਹ ਲੋਕ ਇਕੱਠੇ ਹੋਣ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਆ, ਜਿਹੜੇ ਪੰਥ ਦਾ ਭਲਾ ਚਾਹੁੰਦੇ ਆ ਕੇ ਇਕੱਠੇ ਹੋ ਕੇ ਆਪਾਂ ਨੂੰ ਉਹ ਇਕੱਠੇ ਹੋਣਾ ਚਾਹੀਦਾ। ਢੀਂਡਸਾ ਸਾਹਿਬ, ਜਦੋਂ ਤੁਸੀਂ ਵੀ ਅਕਾਲੀ ਦਲ ਸੀਗੇ, ਸੱਤਾ ਦੇ ਵਿੱਚ ਪਾਰਟੀ ਸੀਗੀ, ਉਦੋਂ ਵੀ ਤੁਸੀਂ ਜਿਹੜੀਆਂ ਕਿ ਪਾਰਟੀ ਦੇ ਵਿੱਚ ਕਮੀਆਂ ਸੀ ਜਾਂ ਪਾਰਟੀ ਦੇ ਵਿੱਚ ਕੋਈ ਇਹੋ ਜਿਹੀਆਂ ਗੱਲਾਂ ਬਾਤਾਂ ਚੱਲਦੀਆਂ ਸੀ, ਉਹਨਾਂ ਤੋਂ ਜਾਣੂ ਸੀ ਜਾਂ ਉਹਨਾਂ ਦੇ ਬਾਰੇ ਵਿਚਾਰ ਕਰਦੇ ਰਹਿੰਦੇ ਸੀ ਬੈਠ ਕੇ? ਬੜੀ ਵਾਰੀ ਵਿਚਾਰ ਹੋਈ। ਮੈਂ ਤੁਹਾਨੂੰ ਦੱਸਦਾ, ਜਦੋਂ ਸਿੱਟ ਬਣੀ ਸੀ ਉਦੋਂ ਬਾਦਲ ਸਾਹਿਬ ਨੂੰ ਅਸੀਂ ਬਹੁਤ ਕਿਹਾ ਕਿ ਬਾਦਲ ਸਾਹਿਬ ਕੀ ਹੋ ਰਿਹਾ? ਉਹ ਇੱਕੋ ਹੀ ਜਵਾਬ ਸੀ ਉਹਨਾਂ ਕੋਲ, ਬਾਜੀ ਸਿੱਟ ਬਣੀ ਹੈ। ਉਹਨਾਂ ਨੇ ਆਉਂਦਾ, ਆਪਾਂ ਸਜ਼ਾ ਵੀ ਦੇਵਾਂਗੇ, ਅਰੈਸਟ ਵੀ ਕਰਾਂਗੇ, ਸਜ਼ਾਵਾਂ ਵੀ ਦੇਵਾਂਗੇ, ਸਿੱਟ ਨੂੰ ਆਪਦਾ ਕੰਮ ਕਰ ਲੈਣ ਦਿਓ। ਸਾਡੀ 6-7 ਸਾਲ ਸਿੱਟ ਨੇ ਕੋਈ ਕੰਮ ਨਹੀਂ ਕੀਤਾ। ਫਿਰ ਕੈਪਟਨ ਸਾਹਿਬ ਆਏ ਨੇ, ਲੋਕਾਂ ਨੂੰ ਕਿਹਾ ਮੈਨੂੰ ਮੌਕਾ ਦਿਓ, ਮੈਂ ਕਰੂੰ। ਇਹਨੇ ਸਿੱਟ ਬਣਾਤੀ, ਇਹਦੀ ਸਿੱਟ ਦਾ ਰਿਜ਼ਲਟ ਦੇਖ ਹੀ ਲਿਆ ਤੁਸੀਂ। ਇਸ ਕਰਕੇ ਲੋਕ ਮੰਗਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਆ ਉਹਨੂੰ ਕੋਈ ਨਹੀਂ ਭੁਲਾ ਸਕਦਾ। ਹੋਰ ਚੀਜ਼ਾਂ ਭੁਲਾਈਆਂ ਜਾ ਸਕਦੀਆਂ, ਲੇਕਿਨ ਇਹ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹਦਾ ਕੋਈ ਕਿਸੇ ਨੂੰ ਸਜ਼ਾ ਹੀ ਨਾ ਮਿਲੇ। ਅਜੇ ਤੱਕ ਇਹੀ ਨਾ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਜੋ ਸਰੂਪ ਦੇ ਸੀਗੇ ਉਹ ਕਿੱਥੇ ਗਏ, ਕੌਣ ਲੈ ਕੇ ਗਿਆ, ਕਿਹਨੇ ਇਸ਼ਤਿਹਾਰ ਲਾਏ। ਮੈਨੂੰ ਦੱਸੋ ਵੀ ਇਸ਼ਤਿਹਾਰ ਨਹੀਂ ਲੱਗੇ? ਉਹਨਾਂ ਨੇ ਕਿਹਾ ਵੀ ਆ ਤੁਹਾਡਾ ਪਿਤਾ ਨੂੰ ਇੱਥੇ ਲੈ ਗਿਆ, ਦੱਸੋ ਕਰ ਲਓ ਕੀ ਹੈ। ਲੇਕਿਨ ਇੰਨੀਆਂ ਸਰਕਾਰਾਂ, ਦੋ ਸਰਕਾਰਾਂ ਬਣ ਗਈਆਂ ਤੇ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਕੌਣ। ਕੀ ਲੱਗਦਾ ਜਿਹੜੇ ਕਿ ਹੁਣ ਤੱਕ ਪੰਜਾਬ ਦੇ ਵਿੱਚ ਸਿੱਟਾਂ ਬਣਦੀਆਂ ਆ ਰਹੀਆਂ, ਪਹਿਲਾਂ ਅਕਾਲੀ ਦਲ ਸਰਕਾਰ ਸੀਗੀ, ਹੁਣ ਕਾਂਗਰਸ ਸਰਕਾਰ ਹੈ, ਇਸ ਦੇ ਵਿੱਚ ਅੰਤਰ ਕੀ ਲੱਗਦਾ? ਲੋਕ ਕਿਸ ਤਰ੍ਹਾਂ ਦੇਖ ਰਹੇ ਨੇ? ਕੋਈ ਅੰਤਰ ਨਹੀਂ ਹੈ, ਦੋਨੋਂ ਮਿਲੇ ਹੋਏ ਨੇ, ਇਕੱਠੇ ਨੇ। ਉਹ ਤਾਂ ਸਾਬਤ ਹੋ ਗਿਆ। ਹੁਣ ਇਹਦੇ ਵੀ 5 ਸਾਲ ਪੂਰੇ ਹੋਣ ਵਾਲੇ ਨੇ, ਦੱਸੋ ਇਹਨੇ ਕੋਈ ਇਨਸਾਫ ਦਿੱਤਾ? ਇਸ ਕਰਕੇ ਮੈਂ ਸਮਝਦਾ ਵੀ ਇਹ ਸਾਰਿਆਂ ਦੀ ਮਿਲੀ ਭੁਗਤ ਹੈਗੀ, ਪਰ ਇਹ ਲੋਕ ਇਹ ਨਹੀਂ ਹੈ ਕਿ ਇਹਨੂੰ ਕੋਈ ਭੁੱਲ ਜਾਣਗੇ। ਇਨਸਾਫ ਲੋਕ ਜ਼ਰੂਰ ਮੰਗਣਗੇ। ਪਿਛਲੇ ਦਿਨਾਂ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਹੈ, ਰਾਮ ਰਹੀਮ ਤੇ ਨਰਿੰਦਰ ਮੋਦੀ ਦੇ ਲਈ ਉਸ ਵਿੱਚ ਬੋਲਿਆ ਜਾਂਦਾ ਹੈ, ਅਤੇ ਉਸ ਦੇ ਬਾਬਤ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਤੁਹਾਡਾ ਕੀ ਰਿਐਕਸ਼ਨ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਹੋਈ ਹੈ ਤਾਂ ਉਹਨਾਂ ਨੇ ਇਸ ਦੇ ਉੱਪਰ ਕੋਈ ਵੀ ਜਵਾਬ ਦੇਣ ਤੇ ਜਿਹੜਾ ਇਨਕਾਰ ਕਰ ਦਿੱਤਾ, ਕੋਈ ਉਹਨਾਂ ਨੇ ਸਪਸ਼ਟੀਕਰਨ ਦਿੱਤਾ? ਇਹ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾਓ ਵੀ ਕੀ ਇਹਦੇ ਕਾਰਨ ਕੀ ਹੋ ਸਕਦੇ, ਕਿਉਂਕਿ ਮੈਂ ਤਾਂ ਕਹਾਂ ਜੇ ਮੇਰੇ ਕੋਲ ਸਬੂਤ ਹੋਣ ਤੇ। ਲੇਕਿਨ ਤੁਹਾਨੂੰ ਤਾਂ ਪਤਾ ਹੀ ਹੈ, ਜਿਹੜਾ ਮੁੱਕਰ ਜੇ ਕਿ ਮੈਂ ਜਵਾਬ ਹੀ ਨਹੀਂ ਦੇਣਾ, ਇਹਦਾ ਮਤਲਬ ਹੈ ਉਹ ਦਾਲ 'ਚ ਕੋਈ ਕਾਲਾ ਹੀ ਆ। ਢੀਂਡਸਾ ਸਾਹਿਬ, ਇੱਕ ਹੋਰ ਗੱਲ ਹੈ ਕਿ ਜੋ ਹੁਣ ਤੱਕ ਘਟਨਾਵਾਂ ਹੋਈਆਂ ਜਾਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਲੈ ਕੇ ਹਰ ਸਮੇਂ ਜਿਹੜਾ ਕਿ ਇਹੀ ਚਰਚਾ ਰਹੀ ਵੀ ਜਿਹੜੀ ਕਿ ਜਦੋਂ ਵੀ ਅਸੀਂ ਸਰਕਾਰਾਂ ਦੇ ਵਿੱਚ ਆਵਾਂਗੇ ਤਾਂ ਉਹਨਾਂ ਦਾ ਇਨਸਾਫ ਹੋਵੇਗਾ, ਚਾਹੇ ਕਿ ਉਹ ਬੇਅਦਬੀ ਦਾ ਮੁੱਦਾ ਹੋਵੇ, ਚਾਹੇ ਉਹ ਗੋਲੀਕਾਂਡ ਦਾ ਮੁੱਦਾ ਹੋਵੇ, ਚਾਹੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜਿਹੜਾ ਕਿ ਨਸ਼ੇ ਦਾ ਮੁੱਦਾ ਹੋਵੇ, ਤਾਂ ਉਹਨਾਂ ਦੇ ਲਈ ਪੰਜਾਬ ਦੇ ਲੋਕਾਂ ਨੂੰ ਇਹ ਆਸ਼ਵਾਸਨ ਦਿਵਾਉਂਦੇ ਰਹੇ ਵੀ ਅਸੀਂ ਇਸ ਮਸਲਿਆਂ ਨੂੰ ਹੱਲ ਕਰਾਂਗੇ, ਪਰ ਮਸਲਾ ਕੋਈ ਨਹੀਂ ਹੱਲ ਹੋਇਆ। ਤੁਸੀਂ ਮੈਨੂੰ ਦੱਸੋ, ਸਾਰੇ ਮਾਫੀਏ ਜਿਹੜੇ ਸਾਡੀ ਸਰਕਾਰ ਵੇਲੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਚੱਲਦੇ ਸੀ,
ਉਹ ਸਾਰੇ ਮਾਫੀ ਹੁਣ ਚੱਲ ਰਹੇ ਨੇ, ਚਾਹੇ ਰੇਤ ਮਾਫੀ ਹੈ, ਚਾਹੇ ਟਰਾਂਸਪੋਰਟ ਮਾਫੀ ਹੈ, ਚਾਹੇ ਕੇਬਲ ਮਾਫੀ ਹੈ, ਕੋਈ ਵੀ ਮਾਫੀ ਹੈ, ਜਿਹੜਾ ਸ਼ਰਾਬ ਮਾਫੀ ਹੈ, ਉਹ ਵੀ ਜਿਵੇਂ ਚੱਲ ਰਿਹਾ ਜੀ। 1% ਕੋਈ ਫਰਕ ਦੱਸ ਦਿਓ ਮੈਨੂੰ ਪਿਆ ਹੋਵੇ। ਤੇ ਲੇਕਿਨ ਕੈਪਟਨ ਨੇ ਬੜੀ ਗੁਟਕਾ ਲੈ ਕੇ ਹੱਥ 'ਚ ਕਿਹਾ ਸੀ ਕੈਪਟਨ ਸਾਹਿਬ ਨੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕਹਿੰਦਾ ਮੈਂ ਸਾਰਾ ਖਤਮ ਕਰ ਦੂੰਗਾ 3 ਮਹੀਨਿਆਂ 'ਚ। ਹੁਣ ਤਾਂ ਸਾਰਾ ਉਹਦਾ ਟਾਈਮ ਹੀ ਖਤਮ ਹੋਣ ਵਾਲਾ ਹੋ ਗਿਆ। ਨਵਜੋਤ ਸਿੰਘ ਸਿੱਧੂ ਉਹਨਾਂ ਦਾ ਕੀ ਲੱਗਦਾ ਹੈ, ਜਾਂ ਹੋਰ ਜਿਹੜੇ ਕਿ ਬਾਹਰ ਨੇ, ਹੋਰ ਪਾਰਟੀਆਂ ਦੇ ਵਿੱਚ ਨੇ, ਉਹਨਾਂ ਦਾ ਕੀ ਲੱਗਦਾ ਵੀ ਤੁਹਾਡੀ ਕਦੀ ਗੱਲਬਾਤ ਹੋਈ ਹੈ? ਕਿਸ ਤਰ੍ਹਾਂ ਤੁਸੀਂ ਤਾਲਮੇਲ ਬਣਾ ਸਕਦੇ ਹੋ? ਨਹੀਂ, ਮੇਰੀ ਕਿਸੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ, ਨਾ ਹੀ ਕਿਸੇ ਦੇ ਬਾਰੇ ਕੋਈ ਕਮੈਂਟ ਕੀਤਾ ਜਾ ਸਕਦਾ। ਉਹਦੀ ਕੀ ਸੋਚ ਹੈ ਉਹ ਆਪ ਹੀ ਜਵਾਬ ਦੇ ਸਕਦੇ। ਤੁਸੀਂ ਹੁਣ ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਚੱਲ ਰਹੇ ਹੋ? ਕਿੰਨੇ ਕੁ ਦਿਨਾਂ ਦੇ ਵਿੱਚ ਜਿਹੜਾ ਪਾਰਟੀ ਦਾ ਢਾਂਚਾ ਤਿਆਰ ਹੋ ਜਾਏਗਾ, ਜਾਂ ਹਲਕਿਆਂ ਦੇ ਵਿੱਚ ਕਿਸ ਤਰ੍ਹਾਂ ਜਾਓਗੇ, ਜਾਂ ਕਿਸ ਤਰ੍ਹਾਂ ਜਿਹੜੀ ਕਿ ਜਥੇਬੰਦਕ ਜਿਹੜੀ ਕਿ ਢਾਂਚਾ ਬਣਾਓਗੇ? ਦੇਖੋ, ਜਥੇਬੰਦਕ ਢਾਂਚਾ ਬਣ ਜਾਣਾ 2-4 ਦਿਨ 'ਚ ਤਕਰੀਬਨ ਤੈਅ ਹੋਣ ਵਾਲਾ। ਕੁਛ ਢਾਂਚਾ ਬਣ ਗਿਆ, ਕੁਛ ਬਣ ਜਾਣਾ, ਅਤੇ ਕੁਛ ਬਣਦੀ ਰਹਿਣਾ, ਰੋਜ਼ ਹੀ ਬਣੀ ਜਾਊਗਾ। ਇਸੇ ਤਰ੍ਹਾਂ ਹੀ ਰਣਨੀਤੀ ਹੈ ਕਿ ਇਕੱਠੇ ਕਰੀਏ ਸਾਰਿਆਂ ਨੂੰ, ਜਿਹੜੇ ਵਿਚਾਰੇ ਘਰਾਂ ਵਿੱਚ ਬੈਠ ਕੇ ਜਾਂ ਦੁਖੀ ਹੋਏ ਨੇ, ਜਿਨ੍ਹਾਂ ਦੇ ਅੰਦਰ ਪੰਥਕ ਸੋਚ ਹੈ, ਜਿਨ੍ਹਾਂ ਦੇ ਅੰਦਰ ਪੰਜਾਬ ਦੀ ਸੋਚ ਹੈ, ਪੰਜਾਬ ਨੂੰ ਬਚਾਉਣ ਦੀ ਸੋਚ ਹੈ, ਵੀ ਉਹਨਾਂ ਨੂੰ ਇਕੱਠੇ ਕਰਕੇ ਆਪਾਂ ਕਰੀਏ। ਕੀ ਅਪੀਲ ਕਰਨਾ ਚਾਹੋਗੇ ਅਖੀਰ ਵਿੱਚ ਪੰਜਾਬ ਦੇ ਲੋਕਾਂ ਨੂੰ, ਜਾਂ ਫਿਰ ਕੇਂਦਰ ਸਰਕਾਰ ਨੂੰ, ਕਿ ਜਿਹੜੇ ਕਿਸਾਨੀ ਬਿੱਲ ਆ ਉਹ ਕਿਸ ਤਰ੍ਹਾਂ ਦੇ ਜਿਹੜੇ ਕਿ ਰੱਦ ਹੋਣੇ ਚਾਹੀਦੇ, ਜਾਂ ਫਿਰ ਤੁਸੀਂ ਕੀ ਚਾਹੁੰਦੇ ਹੋ? ਜਦੋਂ ਆਰਡੀਨੈਂਸ ਹੋਏ ਸੀ, ਸਭ ਤੋਂ ਪਹਿਲਾਂ ਮੈਂ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਕਿ ਪ੍ਰਧਾਨ ਮੰਤਰੀ ਜੀ, ਇਹ ਕਿਸਾਨਾਂ ਦੇ ਹੱਕ 'ਚ ਨਹੀਂ ਹਨ, ਇਹਨਾਂ ਨੂੰ ਬਿੱਲ ਨਾ ਬਣਾਇਓ, ਇਹਨਾਂ ਨੂੰ ਰਿਜੈਕਟ ਕਰ ਦਿਓ, ਇਹਨੂੰ ਵਿਦਡਰਾ ਕਰ ਲਓ। ਪਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਉਸ ਤੋਂ ਲਾ ਕੇ ਅੱਜ ਤੱਕ ਸਾਡੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਦਾ ਸਾਥ ਦਿੱਤਾ, ਔਰ ਕਿਸਾਨਾਂ ਨੂੰ ਬਹੁਤ ਵੱਡੀ ਸਪੋਰਟ ਮਿਲੀ ਹਰ ਪਾਸੇ। ਕੱਲ੍ਹ ਦੇ ਤੁਸੀਂ ਦੇਖ ਲਿਆ ਕਾਲੇ ਝੰਡਿਆਂ ਵਾਲੀ, ਉਹ ਵੀ ਕਿੰਨੀ ਸਪੋਰਟ ਮਿਲੀ ਹੈ ਲੋਕਾਂ ਦੀ। ਇਸ ਕਰਕੇ ਕਿਉਂਕਿ ਕਿਸਾਨੀ ਨਾਲ ਸੰਬੰਧਿਤ ਹੈ ਸਾਰਾ ਪੰਜਾਬ। ਵੈਸੇ ਤਾਂ ਦੇਸ਼ ਹੀ ਹੈ, ਲੇਕਿਨ ਸਾਰੀ ਇਕੋਨਮੀ ਸਾਡੀ ਐਗਰੀਕਲਚਰ 'ਤੇ ਹੈ, ਔਰ ਉਸ ਐਗਰੀਕਲਚਰਿਸਟ ਨੇ ਜਿਹਨੇ ਇਸ ਦੇਸ਼ ਨੂੰ ਭੁੱਖੇ ਮਰਦੇ ਨੂੰ ਅਨਾਜ ਪੈਦਾ ਕਰਕੇ ਦਿੱਤਾ, ਅੱਜ ਉਹਨਾਂ ਨੂੰ ਸੜਕਾਂ 'ਤੇ ਬੈਠਣਾ ਪੈ ਰਿਹਾ। 9 ਮਹੀਨੇ ਹੋ ਗਏ, 3 ਮਹੀਨੇ ਇੱਥੇ ਬੈਠੇ ਰਹੇ, ਹੁਣ 6 ਮਹੀਨਿਆਂ ਤੋਂ ਬਾਰਡਰਾਂ 'ਤੇ ਬੈਠੇ। ਇੱਦੋਂ ਦੁਖਦਾਈ ਗੱਲ ਕੀ ਹੋ ਸਕਦੀ? ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ, ਪੰਜਾਬ ਦਿਆਂ ਨੂੰ, ਕਿਸ ਤਰ੍ਹਾਂ ਦੀ ਜਿਹੜੀ ਕਿ ਸੋਚ ਹੋਣੀ ਚਾਹੀਦੀ ਹੈ? ਦੇਖੋ, ਮੈਂ ਅਪੀਲ ਇਹ ਕਰਾਂਗੇ, ਪਹਿਲਾਂ ਤਾਂ ਇਹ ਹੈ ਕਿ ਜਿਹੜੇ ਲੋਕ ਘਰਾਂ 'ਚ ਬੈਠ ਗਏ ਜਾਂ ਇਹ ਹੈ ਵੀ ਅਜੇ ਚੁੱਪ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਆਓ ਪੰਜਾਬ ਵੀ ਬਚਾਉਣਾ ਅਤੇ ਪੰਥ ਵੀ ਬਚਾਉਣਾ। ਜਿਵੇਂ ਸਰਦਾਰ ਅਮਰਜੀਤ ਸਿੰਘ ਦੇ ਪਰਿਵਾਰ ਨੇ ਫੈਸਲਾ ਕੀਤਾ, ਇਸ ਤਰ੍ਹਾਂ ਉਹ ਫੈਸਲੇ ਲਓ, ਤਾਂ ਕਿ ਨਹੀਂ ਤਾਂ ਨੌਜਵਾਨਾਂ ਦਾ ਵੀ ਬਹੁਤ ਬੁਰਾ ਹਾਲ ਹੋ ਰਿਹਾ ਅਤੇ ਨਸ਼ਿਆਂ 'ਚ ਗੁਲਤਾਨ ਹੁੰਦੇ ਜਾ ਰਹੇ ਨੇ। ਇਸ ਕਰਕੇ ਆਓ, ਕੋਈ ਸਰਕਾਰ ਨੇ ਕਿਸੇ ਨੇ ਕਰਨਾ, ਆਪਾਂ ਇਕੱਠੇ ਹੋ ਕੇ, ਲੋਕਾਂ ਦੀ ਇੱਛਾ ਕਿ ਇਕੱਠੇ ਹੋ ਕੇ ਕੋਈ ਐਸਾ ਫਰੰਟ ਬਣੇ ਜਿਹੜਾ ਇਮਾਨਦਾਰੀ ਨਾਲ, ਸੱਚੇ ਸੁੱਚੀ ਉਸ ਨਾਲ ਬਣੇ, ਸਰਕਾਰ ਵੀ ਉਹ ਬਣੇ ਅਤੇ ਸ਼੍ਰੋਮਣੀ ਕਮੇਟੀ ਦੇ ਵੀ ਉਹੀ ਜਿੱਤਣ। ਇਹੀ ਸਾਡੀ ਅਰਦਾਸ ਹੈ, ਔਰ ਲੋਕਾਂ ਨੂੰ ਅਪੀਲ ਹੈ ਕਿ ਆਓ ਸਾਰੇ ਇਕੱਠੇ ਹੋਈਏ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕੀ ਆਉਣ ਵਾਲੇ ਦਿਨਾਂ ਵਿੱਚ ਹੋ ਸਕਦੀਆਂ, ਤੁਹਾਨੂੰ ਕੀ ਲੱਗਦਾ? ਨਹੀਂ, ਉਹ ਹੁਣ ਕੀ ਹੋਣੀ ਹੈ ਜੀ, ਅਜੇ ਤੱਕ ਦਫ਼ਤਰ ਨਹੀਂ ਦਿੱਤਾ, 6 ਮਹੀਨੇ ਹੋ ਗਏ ਉਹਨੂੰ ਕਮਿਸ਼ਨ ਨੂੰ ਬਣੇ ਨੂੰ। ਹੁਣ ਤਾਂ ਇਲੈਕਸ਼ਨ ਤੋਂ ਬਾਅਦ ਹੀ ਹੋਊ, ਅਸੈਂਬਲੀ ਦੇ ਇਲੈਕਸ਼ਨ ਤੋਂ ਬਾਅਦ ਹੀ ਹੋਣੀ ਹੈ ਹੁਣ ਤਾਂ। ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਢੀਂਡਸਾ, ਜਿਨ੍ਹਾਂ ਨੇ ਆਪਣੀ ਰਾਏ ਹੈ ਜੋ ਉਹ ਲੋਕਾਂ ਨਾਲ ਸਾਂਝੀ ਕੀਤੀ ਹੈ, ਅਤੇ ਖੁੱਲ੍ਹੇ ਦਿਲ ਨਾਲ ਉਹਨਾਂ ਨੇ ਸਿੱਧਾ ਸ਼੍ਰੋਮਣੀ ਅਕਾਲੀ ਦਲ 'ਤੇ ਹਮਲਾ ਕੀਤਾ। ਉਹਨਾਂ ਕਿਹਾ ਕਿ ਹੁਣ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ, ਨਾ ਕਿ ਲੋਕਾਂ ਦੀ ਅਤੇ ਪੰਥ ਦੀ ਪਾਰਟੀ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੇ ਹੀ ਪੰਜਾਬ ਦੇ ਵਿੱਚ ਘੁੰਮਣਗੇ, ਅਤੇ ਜਿੱਥੇ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਜਿਹੜੇ ਕਿ ਬੈਠੇ ਹਨ, ਉਹਨਾਂ ਨਾਲ ਜਾ ਕੇ ਮਿਲਣਗੇ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਰਨਗੇ। ਰੂਪਨਗਰ ਤੋਂ ਚੈਨਲ ਪੰਜਾਬ, ਲਾਡੀ ਖਾਬੜਾ ਦੀ ਰਿਪੋਰਟ।